ਮੇਰਾ ਨਾਂ ਪ੍ਰੀਤ ਹੈ। ਮੈਂ ਇੱਕ ਸਕੂਲ ਟੀਚਰ ਸੀ। ਮੈਂ ਰੋਜ਼ਾਨਾ ਦੀ ਤਰ੍ਹਾਂ ਬੱਚਿਆਂ ਨੂੰ ਪੜ੍ਹਾ ਰਹੀ ਸੀ ਕਿ ਮੇਰੇ ਫੋਨ ਤੇ ਕਾਲ ਆਉਣ ਲੱਗੀ। ਮੈਂ ਬਿਜੀ ਅੰਦਾਜ਼ ਵਿੱਚ ਆਪਣਾ ਮੋਬਾਈਲ ਕੱਢਿਆ, ਕਾਲ ਚੁੱਕ ਕੇ ਕੰਨ ਨਾਲ ਲਾਇਆ। ਇਸ ਦੇ ਨਾਲ ਹੀ ਮੈਂ ਬਲੈਕ ਬੋਰਡ ਤੇ ਲਿਖਦੀ ਰਹੀ। ਮੇਰੀ ਭੈਣ ਦਾ ਫੋਨ ਆਇਆ ਸੀ। ਉਸਨੇ ਦੱਸਿਆ ਕਿ ਮੇਰੇ ਸਹੁਰੇ ਹੋਰੀ ਘਰ ਆਏ ਹੋਏ ਸਨ। ਉਸਨੇ ਮੈਨੂੰ ਉਹਨਾਂ ਦੇ ਆਉਣ ਦੀ ਸੂਚਨਾ ਦਿੱਤੀ ਅਤੇ ਮੈਨੂੰ ਜਲਦੀ ਘਰ ਆਉਣ ਲਈ ਕਿਹਾ। ਮੈਂ ਠੀਕ ਹੈ ਕਹਿ ਕੇ ਕਾਲ ਕੱਟ ਦਿੱਤੀ ਅਤੇ ਆਪਣਾ ਕੰਮ ਜਲਦੀ ਪੂਰਾ ਕਰਨ ਲੱਗੀ। ਕਾਹਲੀ ਕਰਨ ਦੇ ਬਾਵਜੂਦ ਵੀ ਮੈਨੂੰ ਅੱਧੇ ਦਿਨ ਦੀ ਛੁੱਟੀ ਲੈਣ ਵਿੱਚ ਅੱਧਾ ਘੰਟਾ ਲੱਗ ਗਿਆ। ਜਿਵੇਂ ਹੀ ਮੈਂ ਸੜਕ ਤੇ ਪਹੁੰਚੀ, ਮੈਂ ਜਲਦੀ ਨਾਲ ਰਿਕਸ਼ਾ ਫੜਿਆ ਅਤੇ ਉਸ ਨੂੰ ਘਰ ਦਾ ਪਤਾ ਦੱਸਿਆ ਅਤੇ ਉਸ ਨੂੰ ਚੱਲਣ ਲਈ ਕਿਹਾ ਅਤੇ ਆਪਣੇ ਮੰਗੇਤਰ ਨੂੰ ਫੋਨ ਕਰਨ ਲੱਗੀ। ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਨੂੰ ਨਿਰਾਸ਼ਾ ਹੋਈ। ਮੈਨੂੰ ਨਹੀਂ ਪਤਾ ਕਿ ਮੇਰਾ ਮੰਗੇਤਰ ਅਜਿਹਾ ਕਿਉਂ ਕਰਦਾ ਸੀ। ਉਹ ਅਸਲ ਵਿੱਚ ਕਿਤੇ ਰੁੱਝਿਆ ਹੋਇਆ ਸੀ ਜਾਂ ਜਾਣ-ਬੁੱਝ ਕੇ ਮੇਰੀਆਂ ਕਾਲਾਂ ਨਹੀਂ ਚੁੱਕ ਰਿਹਾ ਸੀ। ਅੱਜ ਤੱਕ ਮੈਂ ਇਹ ਫੈਸਲਾ ਨਹੀਂ ਕਰ ਸਕੀ ਸੀ। 2-3 ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਮੈਂ ਮੋਬਾਈਲ ਬੰਦ ਕਰਕੇ ਪਰਸ ਵਿੱਚ ਰੱਖ ਲਿਆ। ਕੁਝ ਸਮੇਂ ਬਾਅਦ ਮੈਂ ਆਪਣੇ ਘਰ ਪਹੁੰਚ ਗਈ। ਮੈਂ ਬੜੀ ਖੁਸ਼ੀ ਨਾਲ ਡਰਾਇੰਗ ਰੂਮ ਵਿੱਚ ਗਈ, ਪਰ ਅਗਲੇ ਹੀ ਪਲ ਮੇਰੀਆਂ ਸਾਰੀਆਂ ਖੁਸ਼ੀਆਂ ਅਲੋਪ ਹੋ ਗਈਆਂ। ਹੁਣ ਖੁਸ਼ੀ ਦੀ ਥਾਂ ਨਿਰਾਸ਼ਾ ਨੇ ਲੈ ਲਈ ਸੀ। ਮੈਂ ਜ਼ਬਰਦਸਤੀ ਮੁਸਕਰਾਉਂਦੀ ਹੋਈ ਅੰਦਰ ਚਲੀ ਗਈ ਤੇ ਸਭ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਫਿਰ ਮੁਸਕਰਾ ਕੇ ਆਪਣੀ ਸੱਸ ਕੋਲ ਜਾ ਕੇ ਬੈਠ ਗਈ। ਮੇਰਾ ਮੰਗੇਤਰ ਅੱਜ ਵੀ ਨਹੀਂ ਆਇਆ ਸੀ। ਨਾ ਜਾਣੇ ਉਸ ਨੂੰ ਮੈਨੂੰ ਤੰਗ ਕਰਕੇ ਕੀ ਮਿਲਦਾ ਸੀ। ਬਿਨਾਂ ਕਾਰਨ ਉਸ ਦਾ ਇਹ ਰਵੱਈਆ ਮੇਰੀ ਸਮਝ ਤੋਂ ਬਾਹਰ ਹੁੰਦਾ ਜਾ ਰਿਹਾ ਸੀ। ਨਾ ਤਾਂ ਉਹ ਕਦੇ ਫੋਨ ਤੇ ਗੱਲ ਕਰਦਾ ਸੀ ਤੇ ਨਾ ਹੀ ਉਹ ਕਦੇ ਮੈਨੂੰ ਮਿਲਣ ਆਉਂਦਾ ਸੀ। ਕੁੜੀ ਹੋਣ ਦੇ ਬਾਵਜੂਦ ਵੀ ਮੈਂ ਉਸ ਨੂੰ ਕਈ ਵਾਰ ਆਪਣੇ ਵੱਲੋਂ ਫੋਨ ਕੀਤਾ, ਪਰ ਉਸ ਨੂੰ ਕੋਈ ਪਰਵਾਹ ਨਹੀਂ ਸੀ। ਇੱਕ ਪਾਸੇ ਤਾਂ ਉਸ ਦੀ ਮੰਮੀ ਤੇ ਭੈਣਾਂ ਕਹਿੰਦੀਆਂ ਸਨ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ, ਪਰ ਅੱਜ ਤੱਕ ਮੈਂ ਅਜਿਹਾ ਕੁਝ ਨਹੀਂ ਦੇਖਿਆ ਜਿਸ ਨਾਲ ਮੈਨੂੰ ਵਿਸ਼ਵਾਸ ਹੋ ਸਕੇ ਕਿ ਉਹ ਮੈਨੂੰ ਪਿਆਰ ਕਰਦਾ ਹੈ। ਮੈਂ ਇਹ ਸੋਚ ਕੇ ਆਪਣੇ ਦਿਲ ਨੂੰ ਤਸੱਲੀ ਦਿੰਦੀ ਸੀ ਕਿ ਸ਼ਾਇਦ ਉਹ ਵਿਆਹ ਤੋਂ ਬਾਅਦ ਵਾਲੇ ਪਿਆਰ ਨੂੰ ਅਹਿਮੀਅਤ ਦਿੰਦਾ ਹੈ, ਅਤੇ ਅੱਜ ਵੀ ਮੈਂ ਇਹ ਸੋਚ ਕੇ ਆਪਣੇ ਆਪ ਨੂੰ ਤਸੱਲੀ ਦਿੱਤੀ। ਮੇਰੇ ਸਹੁਰੇ ਮੇਰੀ ਮੰਮੀ ਤੋਂ ਮੇਰੇ ਵਿਆਹ ਦੀ ਤਰੀਕ ਲੈਣ ਆਏ ਸਨ। ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ। ਹੁਣ ਮੈਂ ਵੀ ਜਲਦੀ ਤੋਂ ਜਲਦੀ ਵਿਆਹ ਕਰਵਾ ਕੇ ਆਪਣੇ ਘਰ ਜਾਣਾ ਚਾਹੁੰਦੀ ਸੀ, ਪਰ ਮੰਮੀ ਦੇ ਜਵਾਬ ਨੇ ਮੇਰੀਆਂ ਸਾਰੀਆਂ ਇੱਛਾਵਾਂ ਤਬਾਹ ਕਰ ਦਿੱਤੀਆਂ ਸਨ। ਮੰਮੀ ਨੇ ਉਹਨਾਂ ਨੂੰ ਕਿਹਾ ਕਿ ਸਾਡੇ ਵਿਆਹ ਦੀਆਂ ਤਿਆਰੀਆਂ ਅਜੇ ਪੂਰੀਆਂ ਨਹੀਂ ਹੋਈਆਂ, ਇਸ ਲਈ ਉਹ ਅਜੇ ਤਰੀਕ ਨਹੀਂ ਦੇ ਸਕਦੀ। ਤਿਆਰੀਆਂ ਪੂਰੀਆਂ ਹੁੰਦੇ ਹੀ ਤੁਹਾਨੂੰ ਦੱਸ ਦੇਵਾਂਗੇ। ਮੇਰੀ ਸੱਸ ਨੇ ਤਾਂ ਜ਼ੋਰ ਦਿੱਤਾ, ਪਰ ਮੇਰੀ ਨਨਾਣ ਮੇਰੀ ਸੱਸ ਨੂੰ ਸਮਝਾਉਣ ਲੱਗੀ ਕਿ ਆਂਟੀ ਠੀਕ ਕਹਿ ਰਹੀ ਹੈ, ਸਾਨੂੰ ਥੋੜਾ ਹੋਰ ਸਬਰ ਕਰਨਾ ਚਾਹੀਦਾ ਹੈ। ਤੁਸੀਂ ਜਾਣਦੇ ਹੋ ਕਿ ਤਿਆਰੀਆਂ ਵਿੱਚ ਸਮਾਂ ਲੱਗਦਾ ਹੈ ਅਤੇ ਉਹਨਾਂ ਦੇ ਘਰ ਕੋਈ ਆਦਮੀ ਵੀ ਨਹੀਂ ਹੈ। ਉਹਨਾਂ ਨੂੰ ਸਾਰੀਆਂ ਤਿਆਰੀਆਂ ਇਕੱਲੇ ਹੀ ਕਰਨੀਆਂ ਹੈ, ਇਸ ਲਈ ਸਾਨੂੰ ਉਹਨਾਂ ਨੂੰ ਸਮਾਂ ਦੇਣਾ ਚਾਹੀਦਾ ਹੈ। ਨਨਾਣ ਦੀ ਗੱਲ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਉਹ ਬਹੁਤ ਬੁੱਧੀਮਾਨ ਹੈ। ਫਿਰ ਉਹ ਚਾਹ ਪੀ ਕੇ ਵਾਪਸ ਚਲੇ ਗਏ। ਉਹਨਾਂ ਦੇ ਜਾਂਦੇ ਹੀ ਮੇਰੀ ਮੰਮੀ ਮੇਰੇ ਸਾਹਮਣੇ ਹੱਥ ਜੋੜ ਕੇ ਕਹਿਣ ਲੱਗੀ, ਮੈਨੂੰ ਮਾਫ ਕਰ ਦੇ ਪੁੱਤ, ਮੈਂ ਬੇਵਸ ਹਾਂ। ਸਾਡੇ ਘਰ ਵਿੱਚ ਤੇਰੇ ਸਿਵਾਏ ਹੋਰ ਕੋਈ ਪੈਸਾ ਕਮਾਉਣ ਵਾਲਾ ਨਹੀਂ ਹੈ। ਜੇ ਮੈਂ ਤੇਰਾ ਵਿਆਹ ਜਲਦੀ ਕਰਵਾ ਦਿੱਤਾ ਤਾਂ ਘਰ ਕੌਣ ਚਲਾਏਗਾ? ਕਿਰਪਾ ਕਰਕੇ ਮੇਰੀ ਬੇਵਸੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਮੰਮੀ ਦੀਆਂ ਗੱਲਾਂ ਸੁਣ ਕੇ ਮੈਂ ਉਹਨਾਂ ਨੂੰ ਜੱਫੀ ਪਾ ਲਈ। ਉਹ ਸਹੀ ਕਹਿ ਰਹੀ ਸੀ ਕਿ ਜੇ ਮੈਂ 1 ਸਾਲ ਹੋਰ ਇੰਤਜ਼ਾਰ ਕਰ ਲੈਂਦੀ ਤਾਂ ਮੇਰੀ ਭੈਣ ਦੀ ਗ੍ਰੈਜੂਏਸ਼ਨ ਪੂਰੀ ਹੋ ਜਾਂਦੀ। ਉਸ ਤੋਂ ਬਾਅਦ ਮੈਂ ਉਸ ਨੂੰ ਆਪਣੇ ਨਾਲ ਪੜ੍ਹਾਉਣ ਦੀ ਨੌਕਰੀ ਤੇ ਲਗਾ ਦਿੰਦੀ। ਮੈਂ ਵੀ ਇਸ ਸਕੂਲ ਵਿੱਚ 4 ਸਾਲਾਂ ਤੋਂ ਕੰਮ ਕਰ ਰਹੀ ਸੀ। ਖੈਰ, ਮੈਂ ਮੰਮੀ ਨੂੰ ਦਿਲਾਸਾ ਦਿੱਤਾ ਤੇ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ ਮੰਮੀ, ਮੈਂ ਉਡੀਕ ਕਰ ਲਵਾਂਗੀ। ਅਤੇ ਵੈਸੇ ਵੀ ਮੇਰੀ ਕਿਹੜੀ ਹਾਲੇ ਉਮਰ ਨਿਕਲੀ ਜਾ ਰਹੀ ਸੀ। ਮੈਂ ਹੁਣੇ-ਹੁਣੇ 22 ਸਾਲਾਂ ਦੀ ਹੋਈ ਹਾਂ। 1 ਸਾਲ ਹੋਰ ਉਡੀਕ ਕਰਨ ਨਾਲ ਮੈਂ ਕਿਹੜਾ ਬੁੜੀ ਹੋ ਜਾਂਦੀ। ਭਾਂਡੇ ਧੋ ਕੇ ਮੈਂ ਕਮਰੇ ਵਿੱਚ ਚਲੀ ਗਈ। ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹ ਕੇ ਅੰਦਰ ਗਈ ਤਾਂ ਮੇਰੀ ਭੈਣ ਨੇ ਡਰ ਕੇ ਛਾਲ ਮਾਰ ਦਿੱਤੀ। ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ, ਜਿਵੇਂ ਉਸ ਨੂੰ ਇੰਨੀ ਦਿਨੀ ਬਹੁਤ ਦੌਰੇ ਪੈ ਰਹੇ ਹੋਣ। ਬੈਠੇ-ਬੈਠੇ ਹੀ ਚੌਂਕ ਜਾਂਦੀ ਸੀ। ਮੈਂ ਪਿਛਲੇ ਕਈ ਦਿਨਾਂ ਤੋਂ ਉਸ ਦੇ ਇਸ ਵਿਵਹਾਰ ਨੂੰ ਨੋਟ ਕਰ ਰਹੀ ਸੀ ਅਤੇ ਉਸ ਦੇ ਡਰ ਦਾ ਕਾਰਨ ਜਾਣਨਾ ਚਾਹੁੰਦੀ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਹ ਹੈਰਾਨ ਹੋ ਗਈ। ਉਸਨੇ ਬੜੀ ਮੁਸ਼ਕਲ ਨਾਲ ਆਪਣੇ ਆਪ ਤੇ ਕਾਬੂ ਪਾਇਆ ਅਤੇ ਫਿਰ ਕਿਹਾ, ਮੈਂ ਉਹ ਡਰਾਵਣੀਆਂ ਕਹਾਣੀਆਂ ਪੜ੍ਹ ਰਹੀ ਸੀ, ਇਸ ਲਈ ਮੈਂ ਡਰ ਗਈ। ਮੈਂ ਲਗਾਤਾਰ ਉਸ ਦੀਆਂ ਅੱਖਾਂ ਵੱਲ ਝਾਕ ਰਹੀ ਸੀ। ਜਿਸ ਤਰ੍ਹਾਂ ਉਸਨੇ ਹਕਲਾਉਂਦੇ ਹੋਏ ਜਵਾਬ ਦਿੱਤਾ ਸੀ, ਉਸ ਦੀਆਂ ਅੱਖਾਂ ਤੇ ਜਵਾਨ ਬਿਲਕੁਲ ਵੀ ਉਸ ਦਾ ਸਾਥ ਨਹੀਂ ਦੇ ਰਹੀਆਂ ਸਨ। ਉਹ ਯਕੀਨੀ ਤੌਰ ਤੇ ਮੇਰੇ ਤੋਂ ਕੁਝ ਨਾ ਕੁਝ ਲੁਕਾ ਰਹੀ ਸੀ।
ਪਰ ਮੈਂ ਉਸ ਸਮੇਂ ਬਹੁਤ ਥੱਕੀ ਹੋਈ ਸੀ। ਮੈਂ ਉਸ ਤੋਂ ਹੋਰ ਕੁਝ ਨਹੀਂ ਪੁੱਛਿਆ ਅਤੇ ਫਰੈਸ਼ ਹੋਣ ਲਈ ਵਾਸ਼ਰੂਮ ਵਿੱਚ ਚਲੀ ਗਈ। ਦਿਨ ਬੀਤ ਰਹੇ ਸਨ। ਇੱਕ ਦਿਨ ਮੈਂ ਸਟਾਫ ਰੂਮ ਵਿੱਚ ਬੈਠ ਕੇ ਸਾਰੇ ਬੱਚਿਆਂ ਦੀਆਂ ਕਾਪੀਆਂ ਚੈੱਕ ਕਰ ਰਹੀ ਸੀ। ਮੈਂ ਅੱਜ ਹੀ ਸਾਰੇ ਬੱਚਿਆਂ ਦੀਆਂ ਕਾਪੀਆਂ ਚੈੱਕ ਕਰਨੀਆਂ ਸਨ। ਅਸੀਂ ਸਕੂਲ ਜਾਣ ਤੋਂ ਪਹਿਲਾਂ ਆਪਣਾ ਫੋਨ ਕਾਊਂਟਰ ਤੇ ਜਮ੍ਹਾਂ ਕਰਵਾਉਂਦੇ ਹੁੰਦੇ ਸੀ। 2-3 ਘੰਟੇ ਬਾਅਦ ਕਾਪੀ ਚੈੱਕ ਕਰਨ ਤੋਂ ਬਾਅਦ ਮੈਂ ਸਟਾਫ ਰੂਮ ਤੋਂ ਬਾਹਰ ਆਈ ਤਾਂ ਕਾਊਂਟਰ ਤੇ ਮੈਨੂੰ ਦੱਸਿਆ ਕਿ ਤੁਹਾਡੀ ਮੰਮੀ ਦੀਆਂ 2-3 ਕਾਲ ਆਈ ਸੀ ਅਤੇ ਤੁਹਾਡੀ ਮੰਮੀ ਤੁਹਾਡੀ ਭੈਣ ਨਾਲ ਇੱਥੇ ਆਈ ਸੀ ਅਤੇ ਉਹ ਬਹੁਤ ਰੋ ਰਹੀ ਸੀ, ਪਰ ਤੁਸੀਂ ਪਰੇਸ਼ਾਨ ਕਰਨ ਦੀ ਮਨਾਹੀ ਕੀਤੀ ਸੀ, ਇਸ ਲਈ ਮੈਂ ਨਹੀਂ ਦੱਸਿਆ। ਉਸ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ। ਮੈਂ ਤੁਰੰਤ ਮੰਮੀ ਨੂੰ ਫੋਨ ਕੀਤਾ। ਮੰਮੀ ਬਹੁਤ ਰੋ ਰਹੀ ਸੀ। ਮੈਂ ਬਹੁਤ ਪਰੇਸ਼ਾਨ ਹੋ ਗਈ। ਮੈਂ ਆਪਣੀ ਮੰਮੀ ਨੂੰ ਪੁੱਛਿਆ ਕਿ ਕੀ ਹੋਇਆ, ਤਾਂ ਮੰਮੀ ਨੇ ਰੋਂਦੇ ਹੋਏ ਮੈਨੂੰ ਘਰ ਆਉਣ ਲਈ ਕਿਹਾ। ਜਦੋਂ ਮੈਂ ਛੁੱਟੀ ਮੰਗੀ ਤਾਂ ਮੈਨੂੰ ਛੁੱਟੀ ਨਹੀਂ ਮਿਲੀ ਕਿਉਂਕਿ ਬੱਚਿਆਂ ਦੇ ਇਮਤਿਹਾਨ ਹੋਣ ਵਾਲੇ ਸਨ ਅਤੇ ਮੈਂ ਕੰਮ ਕਰਨਾ ਸੀ। ਮੈਨੂੰ ਦੁਪਹਿਰ ਤੱਕ ਉਡੀਕ ਕਰਨੀ ਪਈ। ਇਸੇ ਦੌਰਾਨ ਮੇਰਾ ਧਿਆਨ ਲਗਾਤਾਰ ਮੰਮੀ ਵੱਲ ਸੀ। ਸਮਾਂ ਬੀਤ ਨਹੀਂ ਰਿਹਾ ਸੀ। ਕਿਸੇ ਤਰ੍ਹਾਂ ਛੁੱਟੀ ਹੋਈ ਅਤੇ ਬਿਨਾਂ ਦੇਰੀ ਦੇ ਮੈਂ ਤੁਰੰਤ ਘਰ ਪਹੁੰਚ ਗਈ, ਜਿੱਥੇ ਮੈਨੂੰ ਮੇਰੀ ਭੈਣ ਦੇ ਕਮਰੇ ਵਿੱਚੋਂ ਉਸ ਦੇ ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਮੇਰਾ ਦਿਲ ਘਬਰਾ ਗਿਆ। ਮੈਂ ਝੱਟ ਉਸ ਦੇ ਕਮਰੇ ਵੱਲ ਚਲੀ ਗਈ। ਸਾਹਮਣੇ ਦਾ ਨਜ਼ਾਰਾ ਦੇਖਦੇ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰੀ ਮੰਮੀ ਮੇਰੇ ਸਾਹਮਣੇ ਮੇਰੀ ਭੈਣ ਨੂੰ ਬੁਰੀ ਤਰ੍ਹਾਂ ਕੁੱਟ ਰਹੀ ਸੀ। ਮੈਂ ਝੱਟ ਜਾ ਕੇ ਆਪਣੀ ਭੈਣ ਨੂੰ ਆਪਣੀ ਮੰਮੀ ਤੋਂ ਛੁਡਵਾਇਆ ਅਤੇ ਪੁੱਛਿਆ ਕਿ ਇਹ ਸਭ ਕੀ ਹੈ, ਤਾਂ ਮੰਮੀ ਨੇ ਕਿਹਾ, ਇਸ ਨੂੰ ਹੀ ਪੁੱਛੋ, ਇਹ ਹੀ ਇੰਨੀ ਛੋਟੀ ਉਮਰ ਵਿੱਚ ਮੂੰਹ ਕਾਲਾ ਕਰਕੇ ਆਈ ਹੈ। ਇਸ ਨੇ ਮੂੰਹ ਵਿਖਾਉਣ ਜੋਗਾ ਨਹੀਂ ਛੱਡਿਆ। ਮੈਂ ਲੋਕਾਂ ਨੂੰ ਕੀ ਜਵਾਬ ਦਿਆਂਗੀ। ਮੰਮੀ ਦੀਆਂ ਗੱਲਾਂ ਸੁਣ ਕੇ ਇੰਜ ਮਹਿਸੂਸ ਹੋਇਆ ਜਿਵੇਂ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਹੋਵੇ। ਮੈਂ ਆਪਣੀ ਭੈਣ ਵੱਲ ਦੇਖ ਰਹੀ ਸੀ ਜੋ ਵਾਰ-ਵਾਰ ਰੋ ਰਹੀ ਸੀ, ਸਿਰ ਹਿਲਾ ਕੇ ਕਹਿ ਰਹੀ ਸੀ ਕਿ ਮੈਂ ਮਾੜੀ ਨਹੀਂ ਹਾਂ, ਮੈਂ ਕੁਝ ਨਹੀਂ ਕੀਤਾ। ਮੰਮੀ ਦਾ ਰੋ ਕੇ ਬੁਰਾ ਹਾਲ ਹੋ ਗਿਆ ਸੀ। ਮੇਰੀ ਭੈਣ ਦੀ ਹਾਲਤ ਵੀ ਬਹੁਤ ਖਰਾਬ ਸੀ। ਮੈਂ ਹੈਰਾਨੀ ਨਾਲ ਭੈਣ ਵੱਲ ਦੇਖ ਰਹੀ ਸੀ। ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਜੋ ਮੈਂ ਸੁਣਿਆ ਉਹ ਸੱਚ ਸੀ ਜਾਂ ਮੇਰੇ ਕੰਨ ਮੈਨੂੰ ਧੋਖਾ ਦੇ ਰਹੇ ਸਨ। ਮੈਂ ਸਭ ਕੁਝ ਇਨਕਾਰ ਕਰ ਦਿੰਦੀ, ਪਰ ਇਹ ਕਿਵੇਂ ਇਨਕਾਰ ਕਰਦੀ ਜੋ ਮੇਰੀਆਂ ਅੱਖਾਂ ਦੇਖ ਰਹੀਆਂ ਸਨ। ਇਹ ਮੇਰਾ ਕੋਈ ਸੁਪਨਾ ਜਾਂ ਭਰਮ ਨਹੀਂ ਸੀ, ਇਹ ਅਸਲੀਅਤ ਸੀ। ਇਹ ਇੱਕ ਅਜਿਹਾ ਹੜ੍ਹ ਸੀ ਜੋ ਸਾਡੀ ਜ਼ਿੰਦਗੀ ਵਿੱਚ ਆ ਗਿਆ ਸੀ ਅਤੇ ਹੁਣ ਕੌਣ ਜਾਣਦਾ ਹੈ ਕਿ ਇਹ ਤੂਫਾਨ ਸਾਡੀ ਜ਼ਿੰਦਗੀ ਵਿੱਚ ਕੀ ਕੁਝ ਲੈ ਕੇ ਆਉਣ ਵਾਲਾ ਸੀ। ਮੇਰਾ ਨਾਮ ਪ੍ਰੀਤ ਹੈ ਅਤੇ ਮੇਰੀ ਉਮਰ 25 ਸਾਲ ਹੈ। ਮੈਂ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਰਹਿੰਦੀ ਹਾਂ। ਮੈਂ ਇੱਥੇ ਪਿਛਲੇ 4 ਸਾਲਾਂ ਤੋਂ ਇਕੱਲੀ ਰਹਿ ਰਹੀ ਹਾਂ। ਮੇਰਾ ਵੀ ਕਦੇ ਇੱਕ ਪਰਿਵਾਰ ਸੀ ਜਿਸ ਲਈ ਮੈਂ ਆਪਣੀ ਜਾਨ ਕੁਰਬਾਨ ਕਰ ਦਿੰਦੀ ਸੀ, ਪਰ ਮੇਰੀ ਇੱਕ ਲਾਪਰਵਾਹੀ ਕਾਰਨ ਮੈਂ ਆਪਣਾ ਪਰਿਵਾਰ ਗਵਾ ਬੈਠੀ ਸੀ। ਕਈ ਵਾਰ ਹਾਲਾਤ ਇੰਨੇ ਬਦਤਰ ਹੋ ਜਾਂਦੇ ਹਨ ਕਿ ਉਹ ਸਾਡੇ ਵੱਸੋਂ ਬਾਹਰ ਹੋ ਜਾਂਦੇ ਹਨ। ਭਾਵੇਂ ਤੁਸੀਂ ਕੁਝ ਸਹੀ ਕਰਨ ਦੀ ਕੋਸ਼ਿਸ਼ ਕਰਦੇ ਹੋ, ਪਰ ਉਹ ਹਮੇਸ਼ਾ ਗਲਤ ਹੀ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਹਾਲਾਤ ਤੁਹਾਡੇ ਵਿਰੁੱਧ ਹੀ ਹੁੰਦੇ ਹਨ ਤੇ ਅਜਿਹੀ ਸਥਿਤੀ ਵਿੱਚ ਸਾਨੂੰ ਆਪਣਿਆਂ ਦੀ ਬਹੁਤ ਜ਼ਰੂਰਤ ਹੁੰਦੀ ਹੈ, ਪਰ ਅਜਿਹੀ ਸਥਿਤੀ ਵਿੱਚ ਆਪਣੇ ਹੀ ਸਾਥ ਛੱਡ ਦਿੰਦੇ ਹਨ। ਮੇਰੀ ਕਹਾਣੀ ਵੀ ਇਸੇ ਤਰ੍ਹਾਂ ਦੀ ਹੈ। ਮੈਂ 4 ਸਾਲ ਦੀ ਸੀ। ਉਦੋਂ ਹੀ ਮੇਰੇ ਮਾਤਾ-ਪਿਤਾ ਵੱਖ ਹੋ ਗਏ ਸਨ। ਮੰਮੀ ਕਿਸੇ ਹੋਰ ਨੂੰ ਪਸੰਦ ਕਰਦੀ ਸੀ, ਪਰ ਨਾਨਾ ਜੀ ਨੇ ਜ਼ਬਰਦਸਤੀ ਉਹਨਾਂ ਦਾ ਵਿਆਹ ਮੇਰੇ ਪਿਤਾ ਜੀ ਨਾਲ ਕਰਵਾ ਦਿੱਤਾ ਸੀ। ਸਭ ਦਾ ਮੰਨਣਾ ਸੀ ਕਿ ਮੰਮੀ ਵਿਆਹ ਤੋਂ ਬਾਅਦ ਸਭ ਕੁਝ ਭੁੱਲ ਜਾਵੇਗੀ, ਪਰ ਮੰਮੀ ਕੁਝ ਨਹੀਂ ਭੁੱਲੀ। ਲੁਕ ਛਿਪ ਕੇ ਉਹਨਾਂ ਨਾਲ ਉਹਨਾਂ ਦਾ ਰਿਸ਼ਤਾ ਕਾਇਮ ਰਿਹਾ। ਮੇਰੇ ਜਨਮ ਦਾ ਵੀ ਮੇਰੀ ਮੰਮੀ ਤੇ ਕੋਈ ਅਸਰ ਨਹੀਂ ਪਿਆ। ਮੇਰੇ ਜਨਮ ਤੋਂ ਬਾਅਦ ਵੀ ਉਸਨੇ ਮੇਰੀ ਦੇਖਭਾਲ ਨਹੀਂ ਕੀਤੀ। ਉਹ ਮੇਰੇ ਰੋਣ ਜਾਂ ਹੱਸਣ ਦੀ ਪਰਵਾਹ ਨਾ ਕਰਦੇ ਹੋਏ ਮੈਨੂੰ ਇੱਦਾਂ ਹੀ ਛੱਡ ਕੇ ਇੱਧਰ ਉੱਧਰ ਘੁੰਮਦੀ ਰਹਿੰਦੀ ਸੀ। ਸ਼ੁਕਰ ਸੀ ਕਿ ਇਸ ਘਰ ਵਿੱਚ ਮੇਰੀ ਚਾਚੀ ਮੌਜੂਦ ਸੀ, ਜੋ 1 ਮਿੰਟ ਲਈ ਵੀ ਮੇਰਾ ਰੋਣਾ ਬਰਦਾਸ਼ਤ ਨਹੀਂ ਕਰ ਸਕਦੀ ਸੀ ਅਤੇ ਮੈਨੂੰ ਚੁੱਕ ਕੇ ਆਪਣੇ ਨਾਲ ਲੈ ਜਾਂਦੀ ਸੀ। ਉਸਨੇ ਮੰਮੀ ਵਾਂਗ ਮੇਰੀ ਦੇਖਭਾਲ ਕੀਤੀ। ਪਾਪਾ ਨੂੰ ਮੰਮੀ ਦੀਆਂ ਸਾਰੀਆਂ ਹਰਕਤਾਂ ਦਾ ਪਤਾ ਸੀ। ਉਹਨਾਂ ਨੇ ਮੇਰੀ ਮੰਮੀ ਨੂੰ ਸਮਝਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ, ਪਰ ਮੰਮੀ ਪਿਤਾ ਜੀ ਨਾਲ ਨਹੀਂ ਰਹਿਣਾ ਚਾਹੁੰਦੀ ਸੀ। ਉਹ ਸਿਰਫ ਮੌਕਾ ਲੱਭ ਰਹੀ ਸੀ। ਇੱਕ ਦਿਨ ਉਸ ਨੂੰ ਮੌਕਾ ਮਿਲਿਆ। ਉਸੇ ਰਾਤ ਪਿਤਾ ਜੀ ਕਿਸੇ ਜ਼ਰੂਰੀ ਕੰਮ ਵਿੱਚ ਫਸ ਗਏ ਅਤੇ ਥੋੜੀ ਦੇਰ ਨਾਲ ਘਰ ਵਾਪਸ ਆਏ। ਫਿਰ ਮੰਮੀ ਪਿਤਾ ਜੀ ਦੇ ਸਾਹਮਣੇ ਖੜੀ ਹੋ ਗਈ ਅਤੇ ਚੀਕ ਕੇ ਪਾਪਾ ਤੇ ਦੋਸ਼ ਲਗਾਉਣ ਲੱਗੀ। ਪਾਪਾ ਨੇ ਆਪਣੇ ਆਪ ਨੂੰ ਬਹੁਤ ਕਾਬੂ ਕੀਤਾ, ਪਰ ਸ਼ਾਇਦ ਪਾਪਾ ਦੀ ਸਾਰੀ ਬਰਦਾਸ਼ਤ ਹੁਣ ਖਤਮ ਹੋ ਚੁੱਕੀ ਸੀ, ਤਾਂ ਪਾਪਾ ਨੇ ਖੜੇ ਹੀ ਮੇਰੀ ਮੰਮੀ ਨੂੰ ਤਲਾਕ ਦੇ ਦਿੱਤਾ। ਇੰਜ ਲੱਗ ਰਿਹਾ ਸੀ ਜਿਵੇਂ ਮੰਮੀ ਪਹਿਲਾਂ ਹੀ ਤਿਆਰ ਖੜੀ ਸੀ। ਉਸਨੇ ਝੱਟ ਆਪਣਾ ਸਮਾਨ ਬੰਨ ਲਿਆ ਅਤੇ ਘਰੋਂ ਚਲੀ ਗਈ। ਇਸ ਫੈਸਲੇ ਤੋਂ ਦੋਹਾਂ ਨੂੰ ਬਹੁਤ ਰਾਹਤ ਮਿਲੀ, ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦਾ ਇਹ ਫੈਸਲਾ
ਮੇਰੇ ਜੀਵਨ ਤੇ ਕਿੰਨਾ ਮਾੜਾ ਅਸਰ ਪਾਵੇਗਾ। ਮੇਰੀ ਸਾਰੀ ਜ਼ਿੰਮੇਵਾਰੀ ਆਂਟੀ ਤੇ ਆ ਗਈ ਸੀ, ਜਿਸ ਕਾਰਨ ਆਂਟੀ ਦੀ ਆਪਣੀ ਜ਼ਿੰਦਗੀ ਖਰਾਬ ਹੋ ਰਹੀ ਸੀ। 3 ਸਾਲ ਬਾਅਦ ਪਾਪਾ ਨੇ ਇੱਕ ਤਲਾਕਸ਼ੁਦਾ ਔਰਤ ਨਾਲ ਦੁਬਾਰਾ ਵਿਆਹ ਕਰ ਲਿਆ, ਜਿਸ ਦੇ ਪਤੀ ਨੇ ਵਿਆਹ ਤੋਂ 6 ਮਹੀਨੇ ਬਾਅਦ ਹੀ ਉਸ ਨੂੰ ਤਲਾਕ ਦੇ ਦਿੱਤਾ ਸੀ। ਪਹਿਲਾਂ ਮੈਂ ਉਸ ਕੋਲ ਜਾਣ ਤੋਂ ਬਹੁਤ ਡਰਦੀ ਸੀ, ਕਿਉਂਕਿ ਮੈਂ ਸਕੂਲ ਵਿੱਚ ਸੌਤੇਲੀ ਮੰਮੀ ਬਾਰੇ ਜੋ ਵੀ ਸੁਣਿਆ ਸੀ ਉਹ ਚੰਗਾ ਨਹੀਂ ਸੀ। ਪਰ ਉਹ ਔਰਤ ਬਹੁਤ ਹੀ ਸਮਝਦਾਰ ਅਤੇ ਸੁਲਝੀ ਹੋਈ ਔਰਤ ਸੀ। ਕੁਝ ਦਿਨਾਂ ਵਿੱਚ ਹੀ ਉਸਨੇ ਮੇਰੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਲਈ ਤੇ ਮੈਂ ਉਸ ਨੂੰ ਮੰਮੀ ਕਹਿਣ ਲੱਗ ਪਈ। ਮੰਮੀ ਅਤੇ ਮੇਰੀ ਚੰਗੀ ਸਾਂਝ ਸੀ। ਚਾਚਾ ਜੀ ਹੁਣ ਸ਼ਹਿਰ ਤੋਂ ਬਾਹਰ ਰਹਿੰਦੇ ਸੀ। ਉਹਨਾਂ ਨੇ ਚਾਚੀ ਅਤੇ ਬੱਚਿਆਂ ਨੂੰ ਵੀ ਆਪਣੇ ਕੋਲ ਬੁਲਾ ਲਿਆ ਸੀ। ਹੁਣ ਘਰ ਵਿੱਚ ਸਿਰਫ ਮੈਂ, ਮੰਮੀ ਅਤੇ ਡੈਡੀ ਰਹਿੰਦੇ ਸੀ। ਅਗਲੇ ਹੀ ਸਾਲ ਮੇਰੀ ਇੱਕ ਛੋਟੀ ਭੈਣ ਆ ਗਈ। ਉਸਦੇ ਆਉਣ ਨਾਲ ਇੰਜ ਲੱਗਦਾ ਸੀ ਜਿਵੇਂ ਸਾਡੀ ਜ਼ਿੰਦਗੀ ਪੂਰੀ ਹੋ ਗਈ ਹੋਵੇ। ਸਭ ਕੁਝ ਖੁਸ਼ੀ ਨਾਲ ਚੱਲ ਰਿਹਾ ਸੀ। ਪਰ ਅਚਾਨਕ ਇੱਕ ਦਿਨ ਸਾਡੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਤੂਫਾਨ ਆਇਆ, ਜਿਸ ਨੇ ਸਾਡਾ ਸਭ ਕੁਝ ਖੋਹ ਲਿਆ। ਉਸ ਸਮੇਂ ਮੇਰੀ ਛੋਟੀ ਭੈਣ ਸਿਰਫ 2 ਸਾਲ ਦੀ ਸੀ ਅਤੇ ਮੈਂ 10 ਸਾਲਾਂ ਦੀ ਸੀ, ਜਦੋਂ ਮੇਰੇ ਪਿਤਾ ਜੀ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਕੇ ਤੇ ਹੀ ਮੌਤ ਹੋ ਗਈ। ਸਾਡੀ ਜ਼ਿੰਦਗੀ ਉਜੜ ਗਈ। ਹਰ ਕੋਈ ਮੇਰੀ ਮੰਮੀ ਨੂੰ ਮਨਹੂਸ ਕਹਿ ਰਿਹਾ ਸੀ, ਜੋ ਆਪਣੇ ਪਹਿਲੇ ਵਿਆਹ ਨੂੰ ਕਾਇਮ ਨਹੀਂ ਰੱਖ ਸਕੀ ਅਤੇ ਹੁਣ ਦੂਜੇ ਵਿਆਹ ਵਿੱਚ ਆਪਣੇ ਪਤੀ ਨੂੰ ਖਾ ਗਈ। ਲੋਕਾਂ ਨੇ ਸਾਡਾ ਜਿਉਣਾ ਮੁਸ਼ਕਿਲ ਕਰ ਦਿੱਤਾ ਸੀ। ਹੁਣ ਚਾਚੇ ਨਾਲ ਵੀ ਕੋਈ ਗੱਲ ਨਹੀਂ ਹੋ ਰਹੀ ਸੀ। ਆਖਰਕਾਰ ਮੰਮੀ ਨੂੰ ਘਰ ਵੇਚਣ ਲਈ ਮਜਬੂਰ ਹੋਣਾ ਪਿਆ ਅਤੇ ਅਸੀਂ ਉੱਥੋਂ ਇੱਕ ਪਿੰਡ ਵਿੱਚ ਚਲੇ ਗਏ। ਮੰਮੀ ਨੇ ਘਰ ਦੇ ਪੈਸੇ ਨਾਲ ਇੱਕ ਛੋਟਾ ਜਿਹਾ ਘਰ ਖਰੀਦਿਆ ਅਤੇ ਬਚੇ ਹੋਏ ਪੈਸੇ ਬਚਤ ਦੇ ਰੂਪ ਵਿੱਚ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ। ਮੇਰਾ ਦਾਖਲਾ ਇੱਥੋਂ ਦੇ ਇੱਕ ਸਕੂਲ ਵਿੱਚ ਹੋ ਗਿਆ। ਅਸੀਂ ਬਸਤਾਂ ਰਾਹੀਂ ਚੰਗੀ ਤਰ੍ਹਾਂ ਜੀਵਨ ਗੁਜ਼ਾਰ ਰਹੇ ਸੀ। ਬਚੇ ਹੋਏ ਪੈਸੇ ਨਾਲ ਸਿਰਫ 9 ਸਾਲ ਹੀ ਗੁਜ਼ਰੇ ਸਨ। ਮੰਮੀ ਨੂੰ ਸ਼ਾਇਦ ਇਹ ਪਤਾ ਸੀ ਕਿ ਇਹ ਪੈਸਾ ਸਿਰਫ ਇੰਨਾ ਹੀ ਚੱਲੇਗਾ। ਫਿਰ ਉਸਨੇ ਲੋਕਾਂ ਦੇ ਕੱਪੜਿਆਂ ਦੀ ਕਢਾਈ ਕਰਨੀ ਸ਼ੁਰੂ ਕਰ ਦਿੱਤੀ। ਪਰ ਕਢਾਈ ਦੇ ਪੈਸਿਆਂ ਨਾਲ ਕਿੱਥੋਂ ਘਰ ਚੱਲਦੇ ਹਨ। ਜਦੋਂ ਮੈਂ ਮੰਮੀ ਨੂੰ ਅਜਿਹਾ ਕਰਨ ਲਈ ਮਜਬੂਰ ਦੇਖਦੀ ਤਾਂ ਮੈਨੂੰ ਬਹੁਤ ਬੁਰਾ ਲੱਗਦਾ। ਮੈਂ ਅੰਗਰੇਜ਼ੀ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਇੱਕ ਸਕੂਲ ਵਿੱਚ ਟੀਚਰ ਦੀ ਨੌਕਰੀ ਕਰਨ ਲੱਗੀ। ਅੱਗੇ ਦੀ ਪੜ੍ਹਾਈ ਮੇਰੇ ਬਸ ਤੋਂ ਬਾਹਰ ਸੀ, ਇਸ ਲਈ ਮੈਂ ਆਪਣੀ ਪੜ੍ਹਾਈ ਛੱਡ ਦਿੱਤੀ, ਜਦੋਂ ਕਿ ਮੈਂ ਆਪਣੀ ਛੋਟੀ ਭੈਣ ਲਾਲੀ ਦਾ ਇੱਕ ਪ੍ਰਾਈਵੇਟ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ। ਮੇਰੀ ਕੋਸ਼ਿਸ਼ ਸੀ ਕਿ ਜਿਸ ਤਰ੍ਹਾਂ ਮੇਰੀ ਮੰਮੀ ਮੈਨੂੰ ਆਪਣੀ ਸਕੀ ਮੰਮੀ ਨਾਲੋਂ ਵੱਧ ਪਿਆਰ ਕਰਦੀ ਸੀ, ਹੁਣ ਮੇਰਾ ਫਰਜ਼ ਬਣਦਾ ਸੀ ਕਿ ਮੈਂ ਲਾਲੀ ਨੂੰ ਚੰਗੀ ਸਿੱਖਿਆ ਦੇ ਕੇ ਉਸ ਨੂੰ ਚੰਗੀ ਥਾਂ ਤੇ ਪਹੁੰਚਾਵਾਂ। ਉਹਨਾਂ ਨੇ ਮੈਨੂੰ ਨੌਕਰੀ ਕਰਨ ਤੋਂ ਬਹੁਤ ਰੋਕਿਆ, ਪਰ ਤਨਖਾਹ 20,000 ਰੁਪਏ ਮਹੀਨਾ ਸੀ। ਜੇ ਮੈਂ ਉਸ ਵੇਲੇ ਆਪਣੀ ਮੰਮੀ ਦੀ ਗੱਲ ਮੰਨ ਕੇ ਨੌਕਰੀ ਛੱਡ ਦਿੱਤੀ ਹੁੰਦੀ ਤਾਂ ਮੈਨੂੰ ਇੰਨੀ ਚੰਗੀ ਨੌਕਰੀ ਕਿੱਥੇ ਮਿਲਣੀ ਸੀ। ਫਿਰ ਸਮਾਂ ਆਪਣੀ ਰਫ਼ਤਾਰ ਨਾਲ ਅੱਗੇ ਵੱਧਦਾ ਗਿਆ ਅਤੇ ਜਦੋਂ ਮੈਂ 21 ਸਾਲ ਦੀ ਹੋਈ ਤਾਂ ਮੇਰਾ ਰਿਸ਼ਤਾ ਆ ਗਿਆ। ਉਸਦਾ ਛੋਟਾ ਜਿਹਾ ਪਰਿਵਾਰ ਸੀ। ਉਹ ਇੱਕ ਭੈਣ ਦਾ ਇਕਲੌਤਾ ਭਰਾ ਸੀ। ਭੈਣ ਦਾ ਵਿਆਹ ਹੋ ਗਿਆ ਸੀ। ਉਹ ਉਸੇ ਗਲੀ ਦੇ ਪਿੱਛੇ ਰਹਿੰਦੇ ਸੀ। ਮੰਮੀ ਨੂੰ ਇਹ ਰਿਸ਼ਤਾ ਪਸੰਦ ਸੀ, ਇਸ ਲਈ ਉਸਨੇ ਵਿਆਹ ਲਈ 1 ਸਾਲ ਦਾ ਸਮਾਂ ਮੰਗਿਆ ਅਤੇ ਮੇਰੀ ਮੰਗਣੀ ਕਰਵਾ ਦਿੱਤੀ। ਮੇਰਾ ਮੰਗੇਤਰ ਸਿਰਫ 10 ਮਿੰਟ ਲਈ ਮੰਗਣੀ ਵਿੱਚ ਆਇਆ ਸੀ। ਫਿਰ ਉਹ ਕੋਈ ਜ਼ਰੂਰੀ ਕੰਮ ਦਾ ਕਹਿ ਕੇ ਚਲਾ ਗਿਆ। ਸਾਡੇ ਨੰਬਰ ਵੀ ਮੇਰੀ ਨਨਾਣ ਦੇ ਜ਼ਰੀਏ ਬਦਲੇ ਗਏ ਸਨ, ਪਰ ਮੇਰੇ ਮੰਗੇਤਰ ਨੇ ਕਦੇ ਮੈਨੂੰ ਖੁਦ ਫੋਨ ਨਹੀਂ ਕੀਤਾ। ਸ਼ੁਰੂ ਵਿੱਚ ਮੈਨੂੰ ਇਸ ਬਾਰੇ ਬਹੁਤਾ ਮਹਿਸੂਸ ਨਹੀਂ ਹੋਇਆ, ਪਰ ਹੁਣ ਮੈਨੂੰ ਮੇਰੇ ਮੰਗੇਤਰ ਦੁਆਰਾ ਮੈਨੂੰ ਨਜ਼ਰਅੰਦਾਜ਼ ਕਰਨਾ ਬਹੁਤ ਬੁਰਾ ਲੱਗਦਾ ਸੀ, ਪਰ ਮੈਂ ਬਰਦਾਸ਼ਤ ਕਰ ਲੈਂਦੀ ਸੀ। ਉਹਨਾਂ ਲੋਕਾਂ ਨੂੰ ਦਿੱਤਾ ਸਮਾਂ ਖਤਮ ਹੋ ਗਿਆ ਸੀ। ਉਹ ਵਿਆਹ ਦੀ ਤਰੀਕ ਤੈਅ ਕਰਨ ਆਏ ਸਨ ਅਤੇ ਮੰਮੀ ਨੇ ਕੁਝ ਹੋਰ ਸਮਾਂ ਮੰਗਿਆ, ਪਰ ਮੇਰੇ ਮੰਗੇਤਰ ਨੇ ਇਸ ਬਾਰੇ ਕੁਝ ਨਹੀਂ ਕਿਹਾ। ਮੇਰੀ ਭੈਣ ਹੁਣ 9ਵੀਂ ਕਲਾਸ ਵਿੱਚ ਸੀ ਅਤੇ 13 ਸਾਲ ਦੀ ਸੀ। ਮੈਂ ਅਤੇ ਮੰਮੀ ਉਸ ਦਾ ਬਹੁਤ ਖਿਆਲ ਰੱਖਦੇ ਸਨ। ਉਸ ਦੀ ਹਰ ਇੱਛਾ ਪੂਰੀ ਕਰਦੇ ਸੀ। ਅਸੀਂ ਉਸ ਨੂੰ ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਉਹ ਬਹੁਤ ਲਾਡਲੀ ਸੀ। ਪਰ ਅੱਜ ਮੈਂ ਜੋ ਇਹ ਖਬਰ ਸੁਣੀ ਸੀ, ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ। ਸਾਡੀ ਪਰਵਰਿਸ਼ 'ਚ ਕਿਹੜੀ ਕਮੀ ਰਹਿ ਗਈ ਸੀ? ਅਸੀਂ ਕਿਹੜੀ ਗਲਤੀ ਕੀਤੀ ਸੀ ਕਿ ਉਸਨੇ ਇੰਨਾ ਵੱਡਾ ਕਦਮ ਚੁੱਕ ਲਿਆ? ਮੇਰੀ ਮੰਮੀ ਨੇ ਮੈਨੂੰ ਜੋ ਗੱਲ ਦੱਸੀ, ਉਸ ਨੂੰ ਸੁਣ ਕੇ ਮੈਂ ਹੋਸ਼ ਵਿੱਚ ਨਾ ਰਹੀ। ਮੰਮੀ ਨੇ ਦੱਸਿਆ ਕਿ ਜਦੋਂ ਉਹ ਸਕੂਲ ਤੋਂ ਵਾਪਸ ਆਈ ਤਾਂ ਉਹ ਬਹੁਤ ਬਿਮਾਰ ਸੀ। ਉਸ ਨੂੰ ਚੱਕਰ ਆ ਰਹੇ ਸਨ ਅਤੇ ਉਸ ਦੇ ਪੇਟ ਵਿੱਚ ਦਰਦ ਵੀ ਹੋ ਰਿਹਾ ਸੀ। ਫਿਰ ਮੰਮੀ ਨੇ ਮੈਨੂੰ ਫੋਨ ਕੀਤੇ, ਪਰ ਜਦੋਂ ਮੇਰੀ ਮੰਮੀ ਨਾਲ ਗੱਲ ਨਹੀਂ ਹੋਈ ਤਾਂ ਉਹ ਉਸ ਨੂੰ ਹਸਪਤਾਲ ਲੈ ਗਈ। ਉਸ ਦੀ ਹਾਲਤ ਦੇਖ ਕੇ ਡਾਕਟਰ ਨੂੰ ਸ਼ੱਕ ਹੋ ਗਿਆ ਤਾਂ ਉਸਨੇ ਕੁਝ ਟੈਸਟ ਕਰਵਾਏ। ਜਦੋਂ ਟੈਸਟ ਦੀ ਰਿਪੋਰਟ ਪੋਜ਼ਿਟਿਵ ਆਈ ਤਾਂ ਡਾਕਟਰ ਦਾ ਸ਼ੱਕ ਹਕੀਕਤ ਵਿੱਚ ਬਦਲ ਗਿਆ। ਉਹ ਰਿਪੋਰਟ ਮੇਰੀ 16 ਸਾਲ ਦੀ ਭੈਣ ਦੇ ਮਾਂ ਬਣਨ ਦੀ ਖਬਰ ਸੁਣਾ ਰਹੀ ਸੀ। ਮੈਂ ਬੜੀ ਮੁਸ਼ਕਲ ਨਾਲ ਆਪਣੇ ਆਪ ਤੇ ਕਾਬੂ ਕੀਤਾ ਅਤੇ ਆਪਣੀ ਭੈਣ ਨੂੰ ਪੁੱਛਣ ਲਈ ਉਸ ਵੱਲ ਵਧੀ। ਉਸਨੇ ਅਜਿਹਾ ਕਿਉਂ ਕੀਤਾ?
ਉਸਦੇ ਚਰਿੱਤਰ ਤੇ ਇੰਨਾ ਵੱਡਾ ਦਾਗ ਕਿਵੇਂ ਲੱਗ ਗਿਆ? ਅਜੇ ਮੇਰਾ ਸਵਾਲ ਮੇਰੇ ਮੂੰਹ ਵਿੱਚ ਹੀ ਸੀ, ਉਹ ਅਚਾਨਕ ਆਪਣੀ ਜਗ੍ਹਾ ਤੋਂ ਉੱਠ ਕੇ ਰੋਣ ਲੱਗੀ ਅਤੇ ਕਹਿਣ ਲੱਗੀ ਕਿ ਮੈਂ ਬੇਕਸੂਰ ਹਾਂ, ਮੈਂ ਪਵਿੱਤਰ ਹਾਂ, ਮੈਂ ਅਜਿਹਾ ਕੁਝ ਨਹੀਂ ਕੀਤਾ। ਇਹ ਕਹਿੰਦੇ ਹੀ ਉਹ ਭੱਜ ਕੇ ਦੂਜੇ ਕਮਰੇ ਵਿੱਚ ਚਲੀ ਗਈ ਤੇ ਉਸਨੇ ਕਮਰੇ ਨੂੰ ਅੰਦਰੋਂ ਬੰਦ ਕਰ ਲਿਆ। ਮੈਂ ਮੰਮੀ ਨੂੰ ਉਠਾ ਕੇ ਕਮਰੇ ਵਿੱਚ ਲੈ ਗਈ। ਮੰਮੀ ਕਿਸੇ ਵੀ ਤਰੀਕੇ ਨਾਲ ਸੰਭਲਣ ਦੇ ਯੋਗ ਨਹੀਂ ਸੀ। ਝਟਕਾ ਬਹੁਤ ਵੱਡਾ ਸੀ। ਮੰਮੀ ਨੇ ਆਪਣੀ ਸੋਚਣ ਅਤੇ ਸਮਝਣ ਦੀ ਸਮਰੱਥਾ ਗਵਾ ਦਿੱਤੀ ਸੀ। ਪਰ ਮੈਨੂੰ ਸਮਝਦਾਰੀ ਤੋਂ ਕੰਮ ਲੈਣਾ ਪਿਆ ਅਤੇ ਇਸ ਸਮੱਸਿਆ ਤੋਂ ਬਾਹਰ ਨਿਕਲਣ ਲਈ ਕੋਈ ਹੱਲ ਲੱਭਣਾ ਪਿਆ। ਮੈਂ ਜਾ ਕੇ ਆਪਣੀ ਭੈਣ ਦੇ ਕਮਰੇ ਦਾ ਦਰਵਾਜ਼ਾ ਕਈ ਵਾਰ ਖੜਕਾਇਆ, ਪਰ ਉਸਨੇ ਦਰਵਾਜ਼ਾ ਨਹੀਂ ਖੋਲ੍ਹਿਆ। ਮੈਂ ਉਸ ਨੂੰ ਪੁੱਛਣਾ ਚਾਹੁੰਦੀ ਸੀ ਕਿ ਉਸ ਤੇ ਕਿਸ ਨੇ ਜ਼ੁਲਮ ਕੀਤਾ, ਜਾਂ ਉਹ ਖੁਦ ਹੀ। ਪਰ ਇੰਨੀ ਛੋਟੀ ਕੁੜੀ ਅਜਿਹਾ ਕਿਵੇਂ ਕਰ ਸਕਦੀ ਹੈ? ਇਹ ਗੱਲ ਮੇਰੀ ਸਮਝ ਤੋਂ ਬਾਹਰ ਸੀ। ਥੱਕ ਹਾਰ ਕੇ ਮੈਂ ਆਪਣੇ ਕਮਰੇ ਵਿੱਚ ਆ ਗਈ। ਅਗਲੀ ਸਵੇਰ ਉਹ ਮੇਰੇ ਜਾਗਣ ਤੋਂ ਪਹਿਲਾਂ ਹੀ ਸਕੂਲ ਚਲੀ ਗਈ ਸੀ। ਮੈਂ ਵੀ ਮੰਮੀ ਨੂੰ ਆਰਾਮ ਕਰਨ ਲਈ ਕਿਹਾ ਤੇ ਆਪ ਸਕੂਲ ਆ ਗਈ। ਮੈਂ ਸਾਰਾ ਦਿਨ ਖਰਾਬ ਮੂਡ ਵਿੱਚ ਸੀ। ਬਦਨਾਮੀ ਦਾ ਡਰ ਸਰ ਚੜ੍ਹ ਕੇ ਬੋਲ ਰਿਹਾ ਸੀ। ਜਦੋਂ ਮੈਂ ਇਹ ਮਾਮਲਾ ਆਪਣੇ ਸਾਥੀ ਨੂੰ ਦੱਸਿਆ ਤਾਂ ਉਸਨੇ ਮੈਨੂੰ ਕਿਹਾ ਕਿ ਇਹ ਤਾਂ ਸ਼ੁਰੂਆਤ ਹੈ, ਹਾਲੇ ਵੀ ਤੂੰ ਆਪਣੀ ਭੈਣ ਦਾ ਅਬੋਰਸ਼ਨ ਕਰਵਾ ਲੈ। ਮੈਂ ਘਰ ਜਾ ਕੇ ਆਪਣੀ ਮੰਮੀ ਅਤੇ ਭੈਣ ਨਾਲ ਗੱਲ ਕੀਤੀ, ਪਰ ਮੇਰੀ ਭੈਣ ਪੂਰੀ ਤਰ੍ਹਾਂ ਜਿੱਦ ਤੇ ਅੜ ਗਈ। ਉਹ ਇਹ ਕਿਸੇ ਵੀ ਤਰ੍ਹਾਂ ਨਹੀਂ ਕਰਨਾ ਚਾਹੁੰਦੀ ਸੀ। ਉਹ ਨਾ ਤਾਂ ਬਦਨਾਮੀ ਤੋਂ ਡਰਦੀ ਸੀ ਅਤੇ ਨਾ ਹੀ ਆਪਣੇ ਚਰਿੱਤਰ ਤੇ ਕਿਸੇ ਦਾਗ ਤੋਂ, ਪਰ ਬਹੁਤ ਆਰਾਮ ਨਾਲ ਬੈਠੀ ਸੀ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਜੇ ਮੇਰੇ ਸਹੁਰਿਆਂ ਨੂੰ ਇਸ ਬਾਰੇ ਕੋਈ ਸੁਰਾਗ ਵੀ ਹੁੰਦਾ ਤਾਂ ਉਹ ਰਿਸ਼ਤੇ ਨੂੰ ਖਤਮ ਕਰਨ ਲਈ 1 ਸੈਕਿੰਡ ਵੀ ਬਰਦਾਸ਼ਤ ਨਾ ਕਰਦੇ। ਇਸ ਝੰਜਟ ਨੂੰ ਖਤਮ ਕਰਨ ਲਈ ਮੈਨੂੰ ਹੀ ਕੁਝ ਕਰਨਾ ਪਵੇਗਾ, ਕਿਉਂਕਿ ਇਹ ਸਾਡੇ ਲਈ ਬਦਨਾਮੀ ਤੋਂ ਇਲਾਵਾ ਕੁਝ ਨਹੀਂ ਸੀ। ਜਿੰਨਾ ਹੀ ਇਸ ਮਾਮਲੇ ਨੂੰ ਵਧਾਇਆ ਜਾਂਦਾ, ਓਨਾ ਹੀ ਸਾਡੇ ਲਈ ਮੁਸ਼ਕਲਾਂ ਪੈਦਾ ਹੁੰਦੀਆਂ, ਕਿਉਂਕਿ ਮੇਰੀ ਭੈਣ ਦੀ ਸਿਹਤ ਵਿਗੜਦੀ ਜਾ ਰਹੀ ਸੀ। ਉਸ ਦਾ ਬਦਲਦਾ ਪੀਲਾ ਰੰਗ ਕਿਸੇ ਲਈ ਵੀ ਸ਼ੱਕੀ ਬਣ ਸਕਦਾ ਸੀ। ਇਸੇ ਲਈ ਮੰਮੀ ਨੇ ਉਸ ਦਾ ਸਕੂਲ ਛੁਡਾ ਦਿੱਤਾ। ਉਹ ਪੂਰੀ ਤਰ੍ਹਾਂ ਕਮਰੇ ਦੀ ਹੋ ਕੇ ਰਹਿ ਗਈ। ਮੈਂ ਕਿਸੇ ਤਰ੍ਹਾਂ ਇਹਨਾਂ ਦਾਗਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਮੰਨੀ। ਮੈਂ ਰਸੋਈ ਵਿੱਚ ਖੜੀ ਦੁੱਧ ਗਰਮ ਕਰ ਰਹੀ ਸੀ। ਮੇਰਾ ਖਿਆਲ ਲਗਾਤਾਰ ਭੈਣ ਵੱਲ ਸੀ। ਦੁੱਧ ਨੂੰ ਗਰਮ ਕਰਕੇ ਮੈਂ ਗਿਲਾਸ ਵਿੱਚ ਪਾਇਆ ਅਤੇ ਆਪਣੀ ਜੇਬ ਵਿੱਚੋਂ ਇੱਕ ਛੋਟੀ ਜਿਹੀ ਬੋਤਲ ਕੱਢੀ। ਉਸ ਬੋਤਲ ਵਿੱਚ ਗਰਭਪਾਤ ਦੀ ਦਵਾਈ ਸੀ। ਮੈਂ ਬੋਤਲ ਖੋਲ੍ਹੀ ਅਤੇ ਗਿਲਾਸ ਵਿੱਚ ਦਵਾਈ ਮਿਲਾਉਣ ਲੱਗੀ। ਮੇਰੇ ਹੱਥ ਕੰਬ ਰਹੇ ਸਨ ਕਿ ਮੈਂ ਕਿਸੇ ਦੀ ਜਾਨ ਲੈਣ ਜਾ ਰਹੀ ਹਾਂ, ਪਰ ਮੈਂ ਸਿਰਫ ਉਸ ਦੀ ਭਲਾਈ ਲਈ ਹੀ ਕਰ ਰਹੀ ਸੀ। ਮੈਂ ਆਪਣੀਆਂ ਅੱਖਾਂ ਸਾਹਮਣੇ ਆਪਣੀ ਭੈਣ ਨੂੰ ਆਪਣੀ ਜ਼ਿੰਦਗੀ ਬਰਬਾਦ ਕਰਦਿਆਂ ਨਹੀਂ ਦੇਖ ਸਕਦੀ ਸੀ। ਉਹ ਆਪ ਤਾਂ ਬੱਚੀ ਸੀ, ਫਿਰ ਉਹ ਬੱਚੇ ਨੂੰ ਕਿਵੇਂ ਸੰਭਾਲ ਸਕਦੀ ਸੀ? ਉਹ ਵੀ ਨਜਾਇਜ਼ ਬੱਚਾ। ਲੋਕ ਉਸ ਨੂੰ ਤਾਨੇ ਮਾਰ ਕੇ ਮਾਰ ਦੇਣਗੇ। ਦੁਨੀਆ ਅਜਿਹੀ ਔਰਤ ਨੂੰ ਕਿਵੇਂ ਜੀਣ ਦਿੰਦੀ ਹੈ? ਉਹ ਤਾਂ ਔਰਤ ਵੀ ਨਹੀਂ ਸੀ। ਮੈਂ ਉਸ ਨੂੰ ਉਸ ਤੇ ਇੰਨਾ ਵੱਡਾ ਅਪਰਾਧ ਨਹੀਂ ਕਰਨ ਦੇ ਸਕਦੀ ਸੀ। ਇਸ ਲਈ ਮੈਂ ਦਵਾਈ ਮਿਲਾ ਦਿੱਤੀ ਸੀ ਤਾਂ ਕਿ ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ। ਗਿਲਾਸ ਵਿੱਚ ਦਵਾਈ ਮਿਲਾਉਣ ਤੋਂ ਬਾਅਦ ਮੈਂ ਬੋਤਲ ਬੰਦ ਕਰਕੇ ਵਾਪਸ ਜੇਬ ਵਿੱਚ ਪਾ ਲਈ। ਫਿਰ ਇੱਕ ਚਮਚਾ ਲੈ ਕੇ ਦਵਾਈ ਨੂੰ ਦੁੱਧ ਵਿੱਚ ਚੰਗੀ ਤਰ੍ਹਾਂ ਮਿਲਾਈ। ਉਹ ਦੁੱਧ ਦਾ ਗਿਲਾਸ ਲੈ ਕੇ ਆਪਣੀ ਭੈਣ ਵੱਲ ਜਾਣ ਲੱਗੀ। ਮੈਂ ਸੋਚ ਰਹੀ ਸੀ ਕਿ ਜੋ ਕੰਮ ਮੈਂ ਕਰ ਰਹੀ ਸੀ ਉਹ ਗਲਤ ਸੀ, ਪਰ ਮੇਰੀ ਨੀਅਤ ਗਲਤ ਨਹੀਂ ਸੀ। ਮੈਂ ਬਸ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ ਤਾਂ ਜੋ ਅਸੀਂ ਸਾਰੇ ਪਹਿਲਾਂ ਵਾਂਗ ਖੁਸ਼ਹਾਲ ਜ਼ਿੰਦਗੀ ਜੀ ਸਕੀਏ। ਜਦੋਂ ਮੈਂ ਉਸ ਦੇ ਕਮਰੇ ਵਿੱਚ ਗਈ ਤਾਂ ਉਹ ਬੈੱਡ ਤੇ ਲੇਟੀ ਹੋਈ ਸੀ। ਮੈਂ ਜਾ ਕੇ ਉਸ ਨੂੰ ਦੁੱਧ ਦਿੱਤਾ ਅਤੇ ਕਿਹਾ ਕਿ ਇਸ ਨੂੰ ਪੀ ਲਓ, ਮੈਂ ਹੁਣੇ ਹੀ ਗਰਮ ਕੀਤਾ ਹੈ। ਉਹ ਮੇਰੇ ਹੱਥੋਂ ਦੁੱਧ ਪੀਣ ਲੱਗੀ ਤੇ ਅਜੀਬ ਨਜ਼ਰਾਂ ਨਾਲ ਮੇਰੇ ਵੱਲ ਦੇਖਣ ਲੱਗੀ। ਉਹ ਮੇਰੇ ਵੱਲ ਬੜੇ ਧਿਆਨ ਨਾਲ ਦੇਖ ਰਹੀ ਸੀ। ਮੈਂ ਉਸ ਦੀਆਂ ਨਜ਼ਰਾਂ ਤੋਂ ਡਰਨ ਲੱਗੀ। ਮੈਂ ਉੱਠ ਕੇ ਆਪਣੇ ਕਮਰੇ ਵਿੱਚ ਆ ਗਈ ਅਤੇ ਉਸ ਤੋਂ ਬਾਅਦ ਮੈਂ ਉਸ ਨੂੰ ਦੁੱਧ ਰਾਹੀਂ ਹਰ ਰੋਜ਼ ਦਵਾਈ ਦੀ ਇੱਕ ਖੁਰਾਕ ਦੇਣ ਲੱਗੀ। 1 ਹਫ਼ਤੇ ਵਿੱਚ ਹੀ ਨਤੀਜੇ ਆਉਣੇ ਸ਼ੁਰੂ ਹੋ ਗਏ। ਹਾਲਾਂਕਿ ਦਵਾਈ ਦੀ ਪਹਿਲੀ ਖੁਰਾਕ ਤੋਂ ਹੀ ਅਸਰ ਸ਼ੁਰੂ ਹੋ ਜਾਣਾ ਚਾਹੀਦਾ ਸੀ, ਪਰ ਸ਼ਾਇਦ ਹਲਕੀ ਖੁਰਾਕ ਕਾਰਨ ਇੰਨਾ ਸਮਾਂ ਲੱਗ ਗਿਆ। ਉਸ ਦਿਨ ਵੀ ਮੈਂ ਉਸ ਨੂੰ ਦੁੱਧ ਵਿੱਚ ਮਿਲਾ ਕੇ ਦਵਾਈ ਪਿਲਾਈ ਅਤੇ ਸੌਣ ਲਈ ਕਮਰੇ ਵਿੱਚ ਆ ਗਈ। ਸਵੇਰੇ ਉੱਠ ਕੇ ਮੈਂ ਸਕੂਲ ਚਲੀ ਗਈ। ਅਸੀਂ ਸਵੇਰੇ ਜਲਦੀ ਸਕੂਲ ਜਾਣਾ ਸੀ ਕਿਉਂਕਿ ਸਾਡੇ ਸਕੂਲ ਵਿੱਚ ਪੀਟੀਐਮ ਸੀ, ਜਿਸ ਲਈ ਅਸੀਂ ਤਿਆਰੀ ਕਰਨੀ ਸੀ। ਮੈਂ ਆਪਣੀਆਂ ਡਾਇਰੀਆਂ ਤਿਆਰ ਨਹੀਂ ਕੀਤੀਆਂ ਸਨ, ਜਿਸ ਕਰਕੇ ਮੈਂ ਜਲਦੀ ਚਲੀ ਗਈ। ਇਸ ਗੱਲ ਦਾ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਪਿੱਛੇ ਤੋਂ ਮੇਰੇ ਘਰ ਦਾ ਕੀ ਹੋਵੇਗਾ। ਉਸ ਦਿਨ ਪੀਟੀਐਮ ਸੀ, ਇਸ ਲਈ ਸਾਰੇ ਅਧਿਆਪਕਾਂ ਦੇ ਫੋਨ ਸਵਿਚ ਆਫ ਕਰ ਦਿੱਤੇ ਗਏ ਸਨ। ਅਸੀਂ ਲਗਭਗ ਸਾਰਾ ਦਿਨ ਬਹੁਤ ਵਿਅਸਤ ਰਹੇ। ਜਦੋਂ 1 ਵਜੇ ਦੇ ਕਰੀਬ ਮੀਟਿੰਗ ਖਤਮ ਹੋਈ ਤਾਂ ਮੈਂ ਘਰ ਪਹੁੰਚ ਗਈ ਕਿਉਂਕਿ ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਆਈ। ਭੈਣ ਦੀ ਟੈਨਸ਼ਨ ਕਾਰਨ ਨੀਂਦ ਨਾ ਆਉਣ ਕਾਰਨ ਮੇਰਾ ਬਹੁਤ ਬੁਰਾ ਹਾਲ ਸੀ। ਇਸ ਲਈ ਮੈਂ ਮੋਬਾਈਲ ਲੈ ਕੇ ਆਪਣੇ ਬੈਗ ਵਿੱਚ ਪਾ ਲਿਆ ਅਤੇ ਇਸ ਨੂੰ ਚਾਲੂ ਵੀ ਨਹੀਂ ਕੀਤਾ ਸੀ। ਜਦੋਂ ਮੈਂ ਘਰ ਪਹੁੰਚੀ ਤਾਂ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਸੀ।
ਇਸ ਲਈ ਮੈਨੂੰ ਅਚਾਨਕ ਬੇਚੈਨੀ ਮਹਿਸੂਸ ਹੋਈ। ਉਸ ਸਮੇਂ ਘਰ ਵਿੱਚ ਮੰਮੀ ਅਤੇ ਮੇਰੀ ਛੋਟੀ ਭੈਣ ਹੁੰਦੀਆਂ ਸਨ ਅਤੇ ਉਹਨਾਂ ਦੀਆਂ ਆਵਾਜ਼ਾਂ ਬਾਹਰ ਤੱਕ ਆਉਂਦੀਆਂ ਸਨ। ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਮੈਂ ਧੜਕਦੇ ਦਿਲ ਨਾਲ ਅੰਦਰ ਚਲੀ ਗਈ। ਮੰਮੀ ਨੂੰ ਬਹੁਤ ਬੁਰੀ ਹਾਲਤ ਵਿੱਚ ਦੇਖ ਕੇ ਮੇਰੇ ਹੋਸ਼ ਉੱਡ ਗਏ। ਮੈਂ ਤੁਰੰਤ ਆਪਣੀ ਮੰਮੀ ਕੋਲ ਭੱਜੀ। ਮੰਮੀ ਉੱਚੀ ਉੱਚੀ ਰੋ ਰਹੀ ਸੀ। ਜਦੋਂ ਮੰਮੀ ਹੋਸ਼ ਵਿੱਚ ਆਈ ਤਾਂ ਮੈਂ ਮੰਮੀ ਨੂੰ ਪੁੱਛਿਆ, ਪਰ ਅਗਲੇ ਹੀ ਪਲ ਉਸਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਅਤੇ ਅਗਲੀ ਗੱਲ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ। ਮੰਮੀ ਨੇ ਕਿਹਾ ਕਿ ਮੈਂ ਪੱਥਰ ਦਿਲ ਹਾਂ, ਮੈਂ ਆਪਣੀ ਹੀ ਭੈਣ ਦੀ ਜਾਨ ਲੈ ਲਈ। ਮੈਂ ਹੈਰਾਨੀ ਨਾਲ ਮੰਮੀ ਦੀ ਗੱਲ ਸੁਣ ਰਹੀ ਸੀ। ਮੰਮੀ ਮੈਨੂੰ ਦੱਸਣ ਲੱਗੀ ਕਿ ਤੈਨੂੰ ਸ਼ਰਮ ਨਹੀਂ ਆਈ? ਤੂੰ ਮੇਰੀ ਬੱਚੀ ਦੀ ਜਾਨ ਲੈ ਲਈ। ਮੈਂ ਤੈਨੂੰ ਆਪਣੀ ਮਾਂ ਨਾਲੋਂ ਵੀ ਵੱਧ ਪਿਆਰ ਕੀਤਾ ਤੇ ਤੂੰ ਮੇਰੀ ਬੱਚੀ ਨੂੰ ਮਾਰ ਦਿੱਤਾ। ਮੇਰੀ ਤੇਰੇ ਨਾਲ ਕੀ ਦੁਸ਼ਮਣੀ ਸੀ? ਮੈਂ ਸਫਾਈ ਵਿੱਚ ਕੁਝ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਮੰਮੀ ਨੇ ਮੇਰੀ ਇੱਕ ਨਾ ਸੁਣੀ। ਮੈਂ ਚੁੱਪਚਾਪ ਖਲੋ ਕੇ ਮੰਮੀ ਦੇ ਇਲਜ਼ਾਮ ਸੁਣਦੀ ਰਹੀ। ਮੰਮੀ ਠੀਕ ਕਹਿ ਰਹੀ ਸੀ। ਮੇਰੀ ਭੈਣ ਮੇਰੀ ਦਿੱਤੀ ਦਵਾਈ ਕਾਰਨ ਮਰ ਗਈ ਸੀ, ਕਿਉਂਕਿ ਉਹ ਬੱਚੀ ਸੀ ਤੇ ਦਵਾਈ ਬਰਦਾਸ਼ਤ ਨਾ ਕਰ ਸਕੀ ਤੇ ਜ਼ਿੰਦਗੀ ਦੀ ਲੜਾਈ ਹਾਰ ਗਈ। ਮੰਮੀ ਨੇ ਮੈਨੂੰ ਆਪਣੀ ਭੈਣ ਦਾ ਅੰਤਿਮ ਸੰਸਕਾਰ ਵੀ ਨਹੀਂ ਦੇਖਣ ਦਿੱਤਾ। ਕੁਝ ਸਮੇਂ ਬਾਅਦ ਮੇਰੇ ਸਹੁਰੇ ਆ ਗਏ। ਮੈਂ ਸਾਰਿਆਂ ਨੂੰ ਦੱਸਿਆ ਕਿ ਮੇਰੀ ਭੈਣ ਦੀ ਮੌਤ ਕਿਰਲੀ ਵਾਲਾ ਦੁੱਧ ਪੀਣ ਨਾਲ ਜ਼ਹਿਰ ਕਾਰਨ ਹੋਈ ਹੈ, ਪਰ ਅਸਲੀਅਤ ਤਾਂ ਸਿਰਫ ਮੈਂ ਅਤੇ ਮੇਰੀ ਮੰਮੀ ਹੀ ਜਾਣਦੇ ਸੀ। ਮੈਂ ਆਪਣੀ ਭੈਣ ਨੂੰ ਆਖਰੀ ਵਾਰ ਦੇਖਣ ਤੋਂ ਵੀ ਵਾਂਝੀ ਰਹਿ ਗਈ ਸੀ। ਖੈਰ, ਜ਼ਿੰਦਗੀ ਫਿਰ ਤੋਂ ਆਪਣੇ ਰੂਟੀਨ ਵਿੱਚ ਵਾਪਸ ਆ ਗਈ। ਇਸ ਦੌਰਾਨ ਮੈਂ ਮੰਮੀ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਦਿਨ ਰਾਤ ਮੇਰੀ ਭੈਣ ਮੇਰੇ ਸੁਪਨਿਆਂ ਵਿੱਚ ਆਉਂਦੀ ਸੀ ਅਤੇ ਮੇਰੇ ਤੋਂ ਆਪਣੀ ਜ਼ਿੰਦਗੀ ਦਾ ਹਿਸਾਬ ਮੰਗਦੀ ਸੀ। ਸ਼ੁਰੂ ਵਿੱਚ ਮੈਂ ਇਸ ਨੂੰ ਆਪਣਾ ਭਰਮ ਸਮਝ ਕੇ ਭੁੱਲ ਗਈ, ਪਰ ਹੁਣ ਮੈਨੂੰ ਸੱਚੇ ਸੁਪਨੇ ਆਉਣੇ ਸ਼ੁਰੂ ਹੋ ਗਏ ਸਨ। ਇਸ ਲਈ ਮੈਂ ਕੁਝ ਦਿਨਾਂ ਲਈ ਇੱਥੋਂ ਦੂਰ ਜਾਣ ਦਾ ਫੈਸਲਾ ਕੀਤਾ। ਥਾਂ ਬਦਲਣ ਨਾਲ ਮੰਮੀ ਵੀ ਥੋੜਾ ਬਿਹਤਰ ਮਹਿਸੂਸ ਕਰਨਗੇ। ਮੈਂ ਉਹਨਾਂ ਸੁਪਨਿਆਂ ਕਾਰਨ ਇੱਕ ਪਲ ਲਈ ਵੀ ਸੋ ਨਹੀਂ ਸਕਦੀ ਸੀ। ਜਾਗਣ ਨਾਲ ਮੈਂ ਬਿਮਾਰ ਰਹਿਣ ਲੱਗੀ ਸੀ। ਹੋ ਸਕਦਾ ਹੈ ਕਿ ਜਗ੍ਹਾ ਬਦਲਣ ਨਾਲ ਸਿਹਤ ਤੇ ਚੰਗਾ ਅਸਰ ਪੈਂਦਾ। ਇਸੇ ਸਿਲਸਿਲੇ ਵਿੱਚ ਮੈਨੂੰ ਛੁੱਟੀ ਲੈਣ ਸਕੂਲ ਜਾਣਾ ਪਿਆ। ਇਸ ਲਈ ਮੈਂ ਘਰ ਨੂੰ ਤਾਲਾ ਲਗਾ ਦਿੱਤਾ। ਮੰਮੀ ਕਿਤੇ ਬਾਹਰ ਗਈ ਹੋਈ ਸੀ, ਇਸ ਲਈ ਮੈਂ ਤਾਲਾ ਲਗਾ ਕੇ ਚਾਬੀ ਆਪਣੀ ਬਰਾਬਰ ਵਾਲੀ ਆਂਟੀ ਨੂੰ ਦੇ ਦਿੱਤੀ, ਤਾਂ ਕਿ ਜਦੋਂ ਮੰਮੀ ਆਵੇ ਤਾਂ ਉਸ ਨੂੰ ਇੰਤਜ਼ਾਰ ਨਾ ਕਰਨਾ ਪਵੇ। ਜਿਵੇਂ ਹੀ ਮੈਂ ਸਕੂਲ ਪਹੁੰਚੀ, ਪ੍ਰਿੰਸੀਪਲ ਨੇ ਮੈਨੂੰ ਕੁਝ ਦੇਰ ਲਈ ਨਾਲ ਆਉਣ ਲਈ ਕਿਹਾ। ਬੱਚਿਆਂ ਦੇ ਸੰਬੰਧ ਵਿੱਚ ਕੋਈ ਗੱਲ ਕਰਨੀ ਹੈ। ਇਹ ਸੁਣਦੇ ਹੀ ਮੈਂ ਪ੍ਰਿੰਸੀਪਲ ਦੇ ਕਮਰੇ ਵਿੱਚ ਚਲੀ ਗਈ, ਪਰ ਅਚਾਨਕ ਮੈਨੂੰ ਆਪਣੀ ਤਬੀਅਤ ਠੀਕ ਨਹੀਂ ਲੱਗੀ। ਇਸ ਲਈ ਮੈਂ ਆਪਣੇ ਆਪ ਨੂੰ ਦਿਖਾਉਣ ਲਈ ਹਸਪਤਾਲ ਆ ਗਈ। ਜਦੋਂ ਮੈਂ ਹਸਪਤਾਲ ਪਹੁੰਚੀ ਤਾਂ ਉੱਥੇ ਇੱਕ ਬੈੱਡ ਤੇ ਲੇਟੀ ਹੋਈ ਮੁਟਿਆਰ ਦੇਖੀ। ਇਹ ਕੋਈ ਹੋਰ ਨਹੀਂ ਬਲਕਿ ਮੇਰੀ ਭੈਣ ਸੀ, ਜੋ ਦਰਦ ਨਾਲ ਚੀਕ ਰਹੀ ਸੀ। ਆਪਣੇ ਆਪ ਨੂੰ ਡਿੱਗਣ ਤੋਂ ਬਚਾਉਣ ਲਈ ਬੈੱਡ ਦਾ ਸਹਾਰਾ ਲਿਆ। ਮੇਰੀ ਮੰਮੀ ਡਾਕਟਰ ਅੱਗੇ ਹੱਥ ਜੋੜ ਕੇ ਮੇਰੀ ਭੈਣ ਨੂੰ ਬਚਾਉਣ ਦੀ ਬੇਨਤੀ ਕਰ ਰਹੀ ਸੀ। ਮੈਂ ਪਿੱਛੇ ਸੀ ਤਾਂ ਉਹ ਮੈਨੂੰ ਦੇਖ ਨਾ ਸਕੀ। ਖੈਰ, ਮੰਮੀ ਨੂੰ ਲੇਬਰ ਰੂਮ ਤੋਂ ਬਾਹਰ ਕੱਢ ਕੇ ਡਾਕਟਰ ਨੇ ਚੈੱਕਅਪ ਸ਼ੁਰੂ ਕੀਤਾ ਅਤੇ ਤੁਰੰਤ ਭੈਣ ਨੂੰ ਆਪਰੇਸ਼ਨ ਥੀਏਟਰ ਲੈ ਗਏ। 1 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਮੇਰੀ ਭੈਣ ਦੇ ਅੰਦਰੋਂ ਇਹ ਰਸੌਲੀ ਦਾ ਝੁੰਡ ਮੇਰੇ ਹੱਥ ਵਿੱਚ ਸੀ। ਉਹ ਬੱਚਾ ਨਹੀਂ ਸੀ, ਸਗੋਂ ਇਹ ਰਸੌਲੀ ਦਾ ਝੁੰਡ ਸੀ, ਜਿਸ ਨੇ ਮੇਰੀ ਭੈਣ ਦਾ ਢਿੱਡ ਸੁਜਾ ਕੇ ਵੱਡਾ ਕਰ ਦਿੱਤਾ ਸੀ। ਡਾਕਟਰ ਨੇ ਕਿਹਾ ਕਿ ਇਹ ਕੁੜੀ ਇੱਕ ਵਾਰ ਮੇਰੇ ਕੋਲ ਆਈ ਸੀ, ਉਦੋਂ ਵੀ ਮੈਨੂੰ ਉਸ ਦੇ ਰਸੌਲੀ ਹੋਣ ਦਾ ਸ਼ੱਕ ਸੀ। ਮੈਂ ਇਸ ਦੀ ਜਾਂਚ ਵੀ ਕੀਤੀ ਸੀ ਅਤੇ ਇਸ ਦੀ ਰਿਪੋਰਟ ਵੀ ਰੱਖ ਕੇ ਕਿਸੇ ਐਮਰਜੈਂਸੀ ਕੇਸ ਲਈ ਚਲੀ ਗਈ ਸੀ। ਜਦੋਂ ਉਸ ਦੀ ਮੰਮੀ ਵਾਪਸ ਆਈ ਤਾਂ ਉਸਨੇ ਗਲਤੀ ਨਾਲ ਇਸ ਦੀ ਬਜਾਏ ਕਿਸੇ ਹੋਰ ਦੀ ਰਿਪੋਰਟ ਲੈ ਲਈ ਅਤੇ ਇਹ ਗਲਤ ਗਰਭ ਅਵਸਥਾ ਦੀ ਰਿਪੋਰਟ ਸੀ। ਉਸ ਤੋਂ ਬਾਅਦ ਉਹ ਕਦੇ ਇੱਥੇ ਨਹੀਂ ਆਈ ਸੀ। ਜੇ ਕਾਸ ਪਹਿਲਾਂ ਆ ਜਾਂਦੀ ਤਾਂ ਅੱਜ ਉਸ ਨੂੰ ਇੰਨੀ ਤਕਲੀਫ ਨਾ ਝੱਲਣੀ ਪੈਂਦੀ। ਮੈਂ ਉਹ ਪੈਕਟ ਫੜ ਲਿਆ ਅਤੇ ਸਿੱਧਾ ਆਪਣੀ ਮੰਮੀ ਕੋਲ ਗਈ। ਮੰਮੀ ਮੈਨੂੰ ਦੇਖ ਕੇ ਪੂਰੀ ਤਰ੍ਹਾਂ ਨਾਲ ਹੈਰਾਨ ਰਹਿ ਗਈ। ਉਹ ਮੈਨੂੰ ਘਰ ਛੱਡ ਕੇ ਆਈ ਸੀ। ਉਹਨਾਂ ਨੂੰ ਮੇਰੇ ਇੱਥੇ ਆਉਣ ਦੀ ਉਮੀਦ ਨਹੀਂ ਸੀ। ਮੈਂ ਉਹ ਰਸੌਲੀ ਦਾ ਪੈਕਟ ਮੰਮੀ ਨੂੰ ਫੜਾ ਕੇ ਕਿਹਾ, ਆਪਣੀ ਧੀ ਦੀ ਹਾਲਤ ਦੇਖ। ਇਹ ਰਸੌਲੀ ਜਿਸ ਨੂੰ ਤੁਸੀਂ ਬੱਚਾ ਸਮਝ ਕੇ 9 ਮਹੀਨੇ ਉਸ ਦੀ ਕੁੱਖ ਵਿੱਚ ਪਲਦੀ ਰਹੀ, ਅੱਜ ਇਸ ਨੇ ਤੇਰੀ ਧੀ ਦਾ ਸਾਰਾ ਪੇਟ ਜ਼ਖਮੀ ਕਰ ਦਿੱਤਾ। ਤੁਸੀਂ ਜਾ ਕੇ ਦੇਖੋ ਕਿ ਉਹ ਕਿੰਨੀ ਮੁਸੀਬਤ ਵਿੱਚ ਹੈ। ਮੈਂ ਮੰਮੀ ਨੂੰ ਪੁੱਛਿਆ ਕਿ ਉਸਨੇ ਅਜਿਹਾ ਕਿਉਂ ਕੀਤਾ, ਪਰ ਮੰਮੀ ਕੋਲ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਸੀ। ਸ਼ਾਇਦ ਉਸ ਨੂੰ ਮੇਰੇ ਤੇ ਸ਼ੱਕ ਸੀ ਕਿ ਮੈਂ ਉਸ ਦੀ ਧੀ ਦੀ ਹੱਤਿਆ ਕਰ ਦੇਵਾਂਗੀ। ਆਪਣੀ ਧੀ ਦੀ ਮੌਤ ਦਾ ਡਰਾਮਾ ਰਚ ਕੇ ਮੈਨੂੰ ਉਸ ਤੋਂ ਦੂਰ ਰੱਖਿਆ ਅਤੇ ਮੈਂ ਉਹ ਬਦਨਸੀਬ ਸੀ ਜੋ ਪਿਛਲੇ ਕਈ ਮਹੀਨਿਆਂ ਤੋਂ ਇਸ ਬੋਝ ਹੇਠ ਸੋ ਵੀ ਨਹੀਂ ਸਕੀ ਸੀ ਕਿ ਮੈਂ ਆਪਣੀ ਭੈਣ ਦਾ ਕਤਲ ਕਰ ਦਿੱਤਾ। ਮੈਂ ਆਪਣੀ ਮੰਮੀ ਅਤੇ ਭੈਣ ਨੂੰ ਉੱਥੇ ਛੱਡ ਕੇ ਉਸ ਨੂੰ ਬਿਨਾਂ ਦੱਸੇ ਕਿਸੇ ਹੋਰ ਸ਼ਹਿਰ ਆ ਗਈ। ਉਸ ਦੇ ਇਸ ਧੋਖੇ ਨੇ ਮੈਨੂੰ ਤੋੜ ਦਿੱਤਾ ਸੀ। ਉਸ ਨੂੰ ਮੇਰੇ ਤੇ ਭਰੋਸਾ ਨਹੀਂ ਸੀ। ਮੈਂ ਜੋ ਵੀ ਕਰ ਰਹੀ ਸੀ ਉਹਨਾਂ ਦੀ ਭਲਾਈ ਲਈ ਹੀ ਕਰ ਰਹੀ ਸੀ।
ਮੈਂ ਉੱਥੇ ਜਾ ਕੇ ਇੱਕ ਸਕੂਲ ਵਿੱਚ ਅਪਲਾਈ ਕੀਤਾ। ਮੇਰੇ ਤਜਰਬੇ ਕਾਰਨ ਮੈਨੂੰ ਨੌਕਰੀ ਮਿਲ ਗਈ ਅਤੇ ਇੱਕ ਔਰਤ ਨੇ ਮੈਨੂੰ ਇੱਥੇ ਘਰ ਰਹਿਣ ਦੀ ਪੇਸ਼ਕਸ਼ ਵੀ ਕੀਤੀ। ਹੁਣ ਮੰਮੀ ਅਤੇ ਛੋਟੀ ਭੈਣ ਦੇ ਖਾਤੇ ਵਿੱਚ ਮੈਂ ਪੈਸੇ ਭੇਜ ਰਹੀ ਹਾਂ, ਪਰ ਮੇਰੇ ਅੰਦਰ ਕਦੇ ਵੀ ਉਹਨਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ, ਕਿਉਂਕਿ ਜਦੋਂ ਮੈਂ ਅਜਿਹਾ ਸੋਚਦੀ ਹਾਂ ਤਾਂ ਮੈਨੂੰ ਆਪਣੀਆਂ ਉਹ ਬੇਚੈਨ ਰਾਤਾਂ ਯਾਦ ਆਉਂਦੀਆਂ ਹਨ ਜਦੋਂ ਮੈਨੂੰ ਮੇਰੀ ਭੈਣ ਦੀ ਮੌਤ ਦੀ ਖਬਰ ਮਿਲੀ ਸੀ। ਹੁਣ ਮੰਮੀ ਮੇਰੇ ਤੋਂ ਮਾਫੀ ਮੰਗ ਰਹੀ ਹੈ ਤੇ ਮੈਨੂੰ ਵਾਪਸ ਘਰ ਆਉਣ ਲਈ ਕਹਿ ਰਹੀ ਹੈ। ਦੋਸਤੋ, ਹੁਣ ਤੁਸੀਂ ਹੀ ਦੱਸੋ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ? ਘਰ ਵਾਪਸ ਜਾਵਾਂ ਜਾਂ ਨਾ ਜਾਵਾਂ? ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਕਰਨਾ।